कबीर जी जेह मुख पांचों अमृत खाए, तेह मुख देखत लूकट लाए। एक दुख राम लाए काटो मेरा, अगन दह अर गर्भ बसेरा। रहाओ काया बिगूती, बहुविध भांति। को जारे को गडले माटी, कहो कबीर हर चरण दिखावो। पाछै ते जम क्यों ना पठावो। वाहिगुरु जी का खालसा, वाहिगुरु जी की फतेह। भगत कबीर जी ने प्राणी मात्र ਨੂੰ ਜਿੱਥੇ ਜਗਾਉਣ ਦਾ ਯਤਨ ਕੀਤਾ ਹੈ, ਆਪਣਾ ਜੀਵਨ ਸਵਾਰਨ ਦਾ ਉਪਦੇਸ਼ ਦਿੱਤਾ ਹੈ, ਉੱਥੇ ਪਰਮਾਤਮਾ ਨਾਲ ਡਾਇਰੈਕਟ ਗੱਲਾਂ ਕੀਤੀਆਂ ਹਨ। ਇਹ ਭਗਤਾਂ ਦੀ ਉਚਤਾ ਹੈ, ਇਹ ਭਗਤ ਹੀ ਕਰ ਸਕਦੇ ਹਨ ਜਿਨ੍ਹਾਂ ਦਾ ਤੇ ਪਰਮੇਸ਼ਰ ਦਾ ਕੋਈ ਪੜਦਾ ਨਹੀਂ ਹੈ। ਭਗਤ ਰਵਿਦਾਸ ਜੀ ਨੇ ਵੀ ਕਿਹਾ ਹੈ, ਜੋ ਪੈ ਹਮ ਨਾ ਪਾਪ ਕਰੰਤਾ, ਐਹ ਅਨੰਤਾ। ਪਤਿਤ ਪਾਵਨ ਨਾਮ ਕੈਸੇ ਹੁੰਤਾ। हे ਵਾਹਿਗੁਰੂ, ਜੇ ਮੈਂ ਨਾ ਪਾਪ ਕਰਦਾ, ਤੈਨੂੰ ਪਤਿਤ ਪਾਵਨ ਕਿਸੇ ਨੇ ਕਹਿਣਾ ਸੀ। ਇਸੇ ਤਰ੍ਹਾਂ ਜਿੱਥੇ ਅੰਤਰ ਖਤਮ ਹੋ ਗਿਆ, ਭਗਤਾਂ ਨੇ ਕਿਹਾ ਤੋਹੀ ਮੋਹੀ ਅੰਤਰ ਕੈਸਾ, ਕਨਕ ਕਟਕ ਜਲ ਤਰੰਗ ਜੈਸਾ। हे ਵਾਹਿਗੁਰੂ, ਤੇਰੇ ਤੇ ਮੇਰੇ ਵਿੱਚ ਕੀ ਫਰਕ ਹੈ। ਬਸ ਇੰਨਾ ਹੀ ਫਰਕ ਹੈ ਕਿ ਤੂੰ ਸੋਨਾ ਹੈ ਤੇ ਮੈਂ ਸੋਨੇ ਦਾ ਗਹਿਣਾ। ਭਾਵ ਹੈ ਮੈਂ ਤੇਰਾ ਹੀ ਰੂਪ। ਇਹ ਕਦੋਂ ਕਿਹਾ ਜਾ ਸਕਦਾ? ਜਦੋਂ ਵਿਤਕਰੇ ਮੁੱਕ ਜਾਣ, ਜਦੋਂ ਪਰਦੇ ਮੁੱਕ ਜਾਣ। ਤੋ ਭਗਤ ਜੀ ਨੇ ਪਰਮਾਤਮਾ ਨੂੰ ਹਾਜ਼ਰ ਨਾਜ਼ਰ ਜਾਣ ਕੇ ਬੇਨਤੀ ਕੀਤੀ, हे ਵਾਹਿਗੁਰੂ, ਇੱਕ ਦੁੱਖ ਰਾਮ ਰਾਏ ਕਾਟੋ ਮੇਰਾ। हे ਰਾਮ ਰਾਜਾ ਜੀ, हे ਰਮੇ ਹੋਏ ਰਾਮ, ਮੇਰੀ ਤੁਹਾਡੇ ਚਰਨਾਂ ਵਿੱਚ ਬੇਨਤੀ ਹੈ, ਮੇਰਾ ਇੱਕ ਦੁੱਖ ਕੱਟ ਦੇ। ਉਹ ਕਿਹੜਾ ਦੁੱਖ ਹੈ? ਅਗਨ ਦਹਿ ਅਰ ਗਰਭ ਬਸੇਰਾ। ਇੱਕ ਤੇ ਜਿਹੜਾ ਅੱਗ ਵਿੱਚ ਸੜਨਾ ਹੈ, ਔਰ ਮਾਤਾ ਦੇ ਗਰਭ ਵਿੱਚ ਰਹਿਣਾ ਹੈ। ਇਹਨਾਂ ਚੀਜ਼ਾਂ ਤੋਂ ਮੈਨੂੰ ਬਚਾ ਲਓ। ਭਗਤ ਜੀ ਕਹਿੰਦੇ ਨੇ, ਜੇ ਮੁਖ ਪਾਂਚੋਂ ਅੰਮ੍ਰਿਤ ਖਾਏ। ਮੁਖ ਦੇ ਕੱਖੇ ਨੂੰ ਸਿਆਰੀ, ਜਿਸ ਮੂੰਹ ਦੁਆਰਾ, ਜਿਸ ਮੂੰਹ ਨਾਲ ਅਸੀਂ ਪੰਜ ਅੰਮ੍ਰਿਤ ਖਾਂਦੇ ਹਾਂ, ਦੁੱਧ, ਦਹੀਂ, ਘਿਓ, ਖੰਡ, ਸ਼ਹਿਦ, ਇਹਨਾਂ ਚੀਜ਼ਾਂ ਨੂੰ ਅੰਮ੍ਰਿਤ ਕਿਹਾ ਜਾਂਦਾ। ਇਸ ਮੂੰਹ ਦੁਆਰਾ ਹਰ ਪ੍ਰਾਣੀ ਇਹ ਚੀਜ਼ਾਂ ਖਾਂਦਾ। ਜੇ ਮੁਖ ਪਾਂਚੋਂ ਅੰਮ੍ਰਿਤ ਖਾਏ, ਤੇ ਮੁਖ ਦੇਖਤ ਲੂਕਟ ਲਾਏ। ਜਦੋਂ ਪ੍ਰਾਣੀ ਬਿਨਸ ਜਾਂਦਾ ਹੈ ਤੇ ਫੇਰ ਇਸਦੀ ਚਿਖਾ ਜੋੜੀ ਜਾਂਦੀ, ਤੇ ਉਸੇ ਮੂੰਹ ਤੇ ਸਿਰ ਵਾਲੇ ਪਾਸਿਓਂ ਲੂਕਟ ਲਾਏ, ਚੁਆਤੀ ਲਾਈ ਜਾਂਦੀ। ਜਿਹੜੀ ਅੱਗ ਲਾਈ ਜਾਂਦੀ ਹੈ ਉਹ ਉੱਥੋਂ ਸਿਰ ਵਾਲੇ ਪਾਸਿਓਂ ਲਾਈ। ਭਗਤ ਜੀ ਉਹ ਤਸਵੀਰ ਖਿੱਚ ਕੇ, ਉਹ ਨਕਸ਼ਾ ਖਿੱਚ ਕੇ
ਸਾਨੂੰ ਵੀ ਸਮਝਾਉਂਦੇ ਹਨ ਤੇ ਪਰਮਾਤਮਾ ਨੂੰ ਵੀ ਬੇਨਤੀ ਕਰਦੇ, ਹੇ ਵਾਹਿਗੁਰੂ ਮੇਰੇ ਤੇ ਕਿਰਪਾ ਕਰੋ। ਇੱਕ ਦੁੱਖ ਰਾਮ ਰਾਏ ਕਾਟੋ ਮੇਰਾ, ਅਗਨ ਦਹਿ ਅਰ ਗਰਭ ਬਸੇਰਾ। ਹੁਣ ਗੱਲ ਅਸਲ ਵਿੱਚ ਇਹ ਹੈ ਕਿ ਭਗਤ ਜੀ ਨੇ ਮਹਿਸੂਸ ਕੀਤਾ, ਅਸੀਂ ਮਹਿਸੂਸ ਨਹੀਂ ਕਰਦੇ। ਪਤਾ ਨਹੀਂ ਕਿੰਨੀਆਂ ਜੂਨੀਆਂ ਵਿੱਚ ਜੰਮ ਕੇ ਮਰੇ ਤੇ ਮਰ ਕੇ ਜੰਮੇ, ਫਿਰ ਉਹੋ ਜਿਹੇ ਕਰਮ ਕਰਦੇ, ਫਿਰ ਉਸੇ ਰਾਹ ਤੇ ਤੁਰਦੇ। ਭਾਵੇਂ ਗੁਰੂਆਂ ਨੇ, ਪੀਰਾਂ ਨੇ, ਮਹਾਂਪੁਰਖਾਂ ਨੇ, ਰੱਬ ਦੇ ਪਿਆਰਿਆਂ ਨੇ ਸਾਨੂੰ ਸਮਝਾਉਣ ਦਾ, ਚੰਗੇ ਰਸਤੇ ਲਾਉਣ ਦਾ ਬੜਾ ਯਤਨ ਕੀਤਾ। ਆ ਜੋ ਕੁਝ ਭਗਤ ਜੀ ਕਹਿ ਰਹੇ ਨੇ ਅਟੱਲ ਸੱਚਾਈ ਹੈ, ਇਹਦੇ 'ਚ ਕੋਈ ਬਨਾਵਟ ਦੀ ਗੱਲ ਨਹੀਂ ਹੈ। ਕੌਣ ਨਹੀਂ ਜਾਣਦਾ ਕਿ ਜਦੋਂ ਬੰਦੇ ਦਾ ਸਰੀਰ ਬਿਨਸ ਜਾਂਦਾ ਇਹਦਾ ਕੀ ਅਸਰ ਹੁੰਦਾ। ਚੋਆ ਚੰਦਨ ਮਰਦਨ ਅੰਗਾ, ਸੋ ਤਨ ਜਲੇ ਕਾਠ ਕੇ ਸੰਗਾ। ਅਨਕ ਜਤਨ ਕਰ ਕਾਇਆ ਪਾਲੀ, ਮਰਤੀ ਬਾਰ ਅਗਨ ਸੰਗ ਜਾਲੀ। ਕੋਈ ਇਹਦੇ 'ਚ ਭੁਲੇਖਾ ਤੇ ਹੈ ਨਹੀਂ, ਕੋਈ ਗਲਤਫਹਿਮੀ ਤੇ ਹੈ ਨਹੀਂ। ਕਿਤਨੇ ਕੁ ਲੋਕਾਂ ਦੇ ਅਸੀਂ ਆਪਣੀਆਂ ਅੱਖਾਂ ਦੇ ਸਾਹਮਣੇ ਸੰਸਕਾਰ ਹੁੰਦਿਆਂ ਦੇਖਿਆ ਹੈ। ਬੜੇ ਤੋਂ ਬੜੇ ਅਮੀਰ, ਬੜੇ ਤੋਂ ਬੜੇ ਗਰੀਬ, ਕੀ ਰਾਜੇ ਕੀ ਰਾਣੇ, ਸਭ ਨਾਲ ਇਹੋ ਹੀ ਵਰਤਾਵਾ। ਜੇ ਮੁਖ ਪਾਂਚੋਂ ਅੰਮ੍ਰਿਤ ਖਾਏ, ਤੇ ਮੁਖ ਦੇਖਤ ਲੂਕਟ ਲਾਏ। ਉਸੇ ਮੂੰਹ ਵਾਲੇ ਪਾਸਿਓਂ ਚੁਆਤੀ ਲਾਈ ਜਾਂਦੀ। ਕਈ ਸੁਣ ਕੇ ਦੇਖ ਕੇ ਸਮਝ ਜਾਂਦੇ ਨੇ, ਕਈ ਸੁਣ ਕੇ ਦੇਖ ਕੇ ਵੀ ਨਹੀਂ ਸਮਝ। ਉਹ ਇਹ ਸਮਝਦੇ ਨੇ ਕਿ ਇਹ ਮਰੇ ਨੇ, ਅਸੀਂ ਥੋੜ੍ਹਾ ਮਰਨਾ। ਪਰ ਬਾਣੀ ਕਹਿੰਦੀ ਭੁਲੇਖੇ ਵਿੱਚ ਨਾ ਰਿਹਾ ਜੇ। ਸੰਗ ਚਲਤ ਹੈ ਹਮ ਵੀ ਚਲਨਾ, ਦੂਰ ਗਮਨ ਸਿਰ ऊपर ਮਰਨਾ। ਕਿਆ ਤੂੰ ਸੋਇਆ ਜਾਗ ਇਆਨਾ, ਤੈਂ ਜੀਵਨ ਜਗ ਸੱਚ ਕਰ ਜਾਨਾ। ਹੋ ਜਾਣੇ ਜੀਵ ਕੀ ਤੂੰ ਸੁੱਤਾ ਪਿਆ ਅਗਿਆਨਤਾ ਦੀ ਨੀਂਦਰ ਵਿੱਚ। ਤੂੰ ਵੇਖ ਤਾਂ ਸਹੀ, ਤੇਰੇ ਸਾਥੀ ਤੁਰੇ ਜਾ ਰਹੇ। ਭਗਤ ਫਰੀਦ ਜੀ ਨੇ ਕਿਹਾ, ਫਰੀਦਾ ਕਿੱਥੇ ਤੈਂਡੇ ਮਾਪਿਆਂ, ਜਿੰਨੀ ਤੂੰ ਜਣਿਆ ਹੋਏ। ਉਹ ਤੇਰੇ ਮਾਤਾ ਪਿਤਾ ਤੈਨੂੰ ਜਨਮ ਦੇਣ ਵਾਲੇ ਕਿੱਥੇ ਚਲੇ ਗਏ। ਕਿੱਥੇ ਤੈਂਡੇ ਮਾਪਿਆਂ, ਜਿੰਨੀ ਤੂੰ ਜਣੇ ਹੋਏ। ਤੈਂ ਪਾਸੋਂ ਉਹ ਲੱਦ ਗਏ, ਤੂੰ ਅਜੇ ਨਾ ਬਤੀਣ ਹੋਏ। ਹਾਲੀ ਵੀ ਤੇਰੀ ਤਸੱਲੀ ਨਹੀਂ। ਦੇਖੋ ਮਹਾਂਪੁਰਖਾਂ ਦੇ ਸਮਝਾਉਣ ਦੇ ਤਰੀਕੇ ਹਨ। ਕਹਿੰਦੇ ਹਨ ਇੱਕ ਮਹਾਤਮਾ ਗਲੀ ਵਿੱਚੋਂ ਲੰਘ ਰਹੇ ਸਨ, ਬਰਖਾ ਆ ਗਈ, ਮੀਂਹ ਪੈਣ ਲੱਗੇ। ਕਿਸੇ ਘਰ ਦੀ ਡਿਊਟੀ ਦਾ ਦਰਵਾਜ਼ਾ ਖੁੱਲ੍ਹਾ ਸੀ। ਮਹਾਤਮਾ ਕੁਝ ਦੇਰ ਲਈ ਉੱਥੇ ਅਟਕ ਗਏ, ਰੁਕ ਗਏ। ਭਈ ਮੀਂਹ ਬੰਦ ਹੋਵੇਗਾ ਤੁਰ ਜਾਵਾਂਗੇ। ਉਸ ਡਿਊਟੀ ਦੇ ਅੱਗੇ ਸੀ ਵਿਹੜਾ, ਵਿਹੜੇ ਦੇ ਅੱਗੇ ਸੀ ਬਰਾਮਦਾ, ਤੇ ਬਰਾਮਦੇ ਦੇ ਪਿੱਛੇ ਸੀ ਰਹਿਣ ਵਾਲੇ ਘਰ ਮਕਾਨ। ਤੋ ਘਰ ਦਾ ਜਿਹੜਾ ਮਾਲਕ ਸੀ ਉਹ ਬਰਾਮਦੇ ਵਿੱਚ ਮੰਜੀ ਢਾਹ ਕੇ ਬੈਠਾ ਸੀ। ਅੱਖਾਂ ਤੋਂ ਕੁਝ ਨਜ਼ਰ ਕਮਜ਼ੋਰ ਸੀ। ਦੂਰੋਂ ਉਸ ਨੂੰ ਨਜ਼ਰ ਆਇਆ ਕਿ ਕੋਈ ਬੰਦਾ ਸਾਡੇ ਘਰ ਦੀ ਡਿਊਟੀ ਵਿੱਚ ਆ ਕੇ ਖੜਾ ਹੋਇਆ। ਉਹਨੇ ਬੜੀ ਉੱਚੀ ਆਵਾਜ਼ ਨਾਲ ਕਿਹਾ, ਭਾਈ ਤੂੰ ਕੌਣ ਹੈ?
ਇਹ ਮੁਸਾਫਰਖਾਨਾ ਨਹੀਂ। ਉਹ ਮਹਾਤਮਾ ਨੂੰ ਉਹਦੀ ਗੱਲ ਤੇ ਬੜਾ ਤਰਸ ਆਇਆ ਵੀ ਇਹ ਬੜਾ ਕਮਲਾ ਬੰਦਾ। ਉਹਨੇ ਉਨੀ ਉੱਚੀ ਆਵਾਜ਼ ਨਾਲ ਅੱਗੋਂ ਜਵਾਬ ਦਿੱਤਾ, ਮੈਂ ਤੇ ਸਮਝਿਆ ਮੁਸਾਫਰਖਾਨਾ ਹੀ ਹੈ। ਹੁਣ ਕਿਸੇ ਦੇ ਘਰ ਨੂੰ ਮੁਸਾਫਰਖਾਨਾ ਕਹੋ, ਉਹਨੂੰ ਕਿੰਨਾ ਕੁ ਚੰਗਾ ਲੱਗੇ। ਔਰ ਖਾਸ ਕਰਕੇ ਜਿਹੜਾ ਬੰਦਾ ਅਗਿਆਨੀ ਹੋਵੇ ਉਹਨੂੰ ਤੇ ਬਿਲਕੁਲ ਹੀ ਨਹੀਂ ਚੰਗਾ ਲੱਗੇ। ਜਦੋਂ ਉਸ ਬਜ਼ੁਰਗ ਨੇ ਸੁਣਿਆ ਕਿ ਮੇਰੇ ਘਰ ਨੂੰ ਇਸ ਬੰਦੇ ਨੇ ਮੁਸਾਫਰਖਾਨਾ ਕਿਹਾ, ਉਹ ਫੜ ਕੇ ਡੰਗੋਰੀ ਹੌਲੀ ਹੌਲੀ ਤੁਰਦਾ ਹੋਇਆ ਉਸ ਡਿਊਟੀ ਵਿੱਚ ਆ ਗਿਆ ਤੇ ਬੜੇ ਗੁੱਸੇ ਵਿੱਚ ਆ ਕੇ ਕਹਿਣ ਲੱਗਾ, ਕੀ ਕਿਹਾ ਹੀ ਇਹ ਮੁਸਾਫਰਖਾਨਾ? ਮਹਾਤਮਾ ਨੇ ਬੜੇ ਧੀਰਜ ਨਾਲ ਕਿਹਾ, ਮੈਂ ਤੇ ਸਮਝਿਆ ਮੁਸਾਫਰਖਾਨਾ। ਮਹਾਤਮਾ ਨੂੰ ਤਰਸ ਆਇਆ ਕਿ ਇਹਨੂੰ ਅੱਜ ਸਮਝਾਈਏ। ਕਹਿਣ ਲੱਗੇ, ਸੱਜਣਾ ਕਿਉਂ ਗੁੱਸੇ ਹੁੰਦੇ? ਇਹ ਦੱਸ ਤੇਰੇ ਤੋਂ ਪਹਿਲਾਂ ਇੱਥੇ ਕੌਣ ਰਹਿੰਦਾ ਸੀ? ਆਂਦਾ ਮੇਰੇ ਪਿਤਾ ਜੀ। ਕਹਿੰਦੇ ਤੇਰੇ ਪਿਤਾ ਜੀ ਤੋਂ ਪਹਿਲਾਂ ਕੌਣ ਰਹਿੰਦਾ ਸੀ? ਕਹਿੰਦੇ ਮੇਰੇ ਦਾਦਾ ਜੀ। ਉਹ ਕਿੱਥੇ ਹਨ? ਕਹਿੰਦੇ ਉਹ ਚਲੇ ਗਏ। ਕਹਿੰਦੇ ਮੁਸਾਫਰਖਾਨਾ ਕਿਹਨੂੰ ਕਹਿੰਦੇ ਨੇ? ਜਿੱਥੇ ਕੋ ਆਵੇ ਤੇ ਚਲਾ ਜਾਏ। ਤੇਰੇ ਦਾਦਾ ਜੀ ਚਲੇ ਗਏ, ਤੇਰੇ ਪਿਤਾ ਜੀ ਚਲੇ ਗਏ। ਉਹ ਭੋਲਿਆ ਤੂੰ ਇੱਥੇ ਬੈਠੇ ਰਹਿਣਾ। ਬਸ ਆਹ ਗੱਲ ਨਹੀਂ ਸਾਨੂੰ ਸਮਝ ਆਉਂਦੀ, ਜਿਸ ਕਰਕੇ ਅਸੀਂ ਮੱਲਾਂ ਮਾਰਦੇ ਹਾਂ, ਕਬਜ਼ੇ ਕਰਦੇ ਹਾਂ ਤੇ ਭਗਤ ਜੀ ਸਾਨੂੰ ਅਸਲੀਅਤ ਤੋਂ ਜਾਣੂ ਕਰਵਾ ਰਹੇ। ਉਹ ਭਾਈ ਸਭ ਦਾ ਹਸ਼ਰ ਤੇ ਇਹੋ ਹੀ ਹੋਣਾ, ਸਭ ਦਾ ਅਖੀਰ ਇਹੋ ਹੀ ਹੋਣਾ। ਇੱਥੇ ਤੇ ਰਾਮ ਗਇਓ ਰਾਵਣ ਗਇਓ, ਜਾ ਕੋ ਬਹੁ ਪਰਵਾਰ, ਕਉ ਨਾਨਕ ਥਿਰ ਕਛ ਨਹੀਂ, ਸੁਪਨੇ ਜੋ ਸੰਸਾਰ। तो भगत कबीर जी अपने शब्दां राही समझा रहे, जे मुख पांचों अमृत खाए, ਜਿਹੜੇ ਮੂੰਹ ਦੇ ਨਾਲ ਆਪਾਂ ਸਾਰੇ ਵਧੀਆ ਤੋਂ ਵਧੀਆ ਪਦਾਰਥ ਖਾਂਦੇ, ਕਦੇ ਕਹਿੰਦੇ ਆ ਇਹ ਖਾਣਾ, ਕਦੇ ਕਹਿੰਦੇ ਉਹ ਖਾਣਾ, ਪਰ ਰਿਜ਼ਲਟ ਕੀ ਨਿਕਲਦਾ? ਤੇ ਮੁਖ ਦੇਖਤ ਲੂਕਟ ਲਾਏ। ਉਸੇ ਮੂੰਹ ਤੇ ਫਿਰ ਚੁਆਤੀ ਲਾਈ ਜਾਂਦੀ। ਭਗਤ ਜੀ ਕਹਿੰਦੇ ਨੇ, ਇੱਕ ਦੁੱਖ ਰਾਮ ਰਾਏ ਕਾਟੋ ਮੇਰਾ। ਹੈ ਮੇਰੇ ਰਾਮ ਰਾਜੇ, ਮੇਰੀ ਤੇਰੇ ਚਰਨਾਂ ਵਿੱਚ ਅਰਦਾਸ, ਮੇਰਾ ਇੱਕ ਦੁੱਖ ਕੱਟ। ਕਿਹੜਾ ਦੁੱਖ? ਅਗਨ ਦਹਿ ਅਰ ਗਰਭ ਬਸੇਰਾ। ਇਹ ਜਿਹੜਾ ਅੱਗ ਸਾੜਦੀ ਹੈ ਔਰ ਇਹ ਜਿਹੜਾ ਮਾਤਾ ਦੇ ਘਰ ਵਿੱਚ 9 ਮਹੀਨੇ ਰਹਿਣਾ ਪੈਂਦਾ, ਇਹ ਦੁੱਖ ਮੇਰਾ ਕੱਟ ਰਹਾਓ। ਕਾਇਆ ਬਿਗੂਤੀ ਬਹੁ ਬਿਦ ਭਾਂਤੀ। ਆਖਿਆ ਜਦੋਂ ਕਾਇਆ ਸਰੀਰ ਖਤਮ ਹੋ ਜਾਂਦਾ, ਫਿਰ ਇਹਦੇ ਨਾਲ ਕੀ ਵਰਤਾਓ ਕੀਤਾ ਜਾਂਦਾ? ਬਹੁ ਬਿਦ ਭਾਂਤੀ, ਕਈ ਤਰੀਕਿਆਂ ਨਾਲ ਇਸ ਨੂੰ ਟਿਕਾਣੇ ਲਾਉਣ ਦਾ ਯਤਨ ਕੀਤਾ ਜਾਂਦਾ। ਉਹ ਟਿਕਾਣੇ ਕੀ ਨੇ? ਕੋ ਜਾਰੇ ਕੋ ਗੱਡ ਲੈ ਮਾਟੀ। ਕੋਈ ਤਾਂ ਇਸ ਸਰੀਰ ਨੂੰ ਅੱਗ ਨਾਲ ਸਾੜਦਾ ਤੇ ਕੋਈ ਇਸ ਨੂੰ ਧਰਤੀ ਵਿੱਚ ਗੱਡ ਦਿੰਦਾ। ਕਈ ਤਰੀਕੇ ਦੱਸੇ ਜਾਂਦੇ, ਬਾਣੀ 'ਚ ਲਿਖਿਆ ਠੰਡੀ ਤਾਤੀ ਮਿੱਟੀ ਖਾਏ। ਠੰਡੀ ਦਾ ਮਤਲਬ ਹੈ ਕਈ ਜਗ੍ਹਾ ਤੇ ਪਾਣੀ ਵਿੱਚ ਰੋੜ ਦਿੱਤੀ ਜਾਂਦੀ। ਕਈ ਲੋਕਾਂ ਦਾ ਵਿਚਾਰ ਹੈ ਕਿ ਸਰੀਰ ਨੂੰ ਪਾਣੀ ਵਿੱਚ ਰੋੜ ਦਿਓ, ਮੱਛੀਆਂ ਖਾ ਜਾਣਗੇ।
ਹੋਰ ਵੀ ਕਈ ਤਰੀਕੇ ਹੋਣਗੇ। ਪਾਰਸੀ ਲੋਕਾਂ ਦਾ ਹੋਰ ਤਰੀਕਾ, ਇੱਕ ਦੱਬੇ, ਇੱਕ ਦੱਜੀਆਂ, ਇੱਕ ਨਾ ਕੁੱਤੇ ਖਾਏ, ਇੱਕ ਪਾਣੀ ਵਿੱਚ ਉਸਟੀਆਂ। ਇਹ ਵੱਖ ਵੱਖ ਤਰੀਕੇ ਹਨ। ਪਾਰਸੀਆਂ ਬਾਰੇ ਸੁਣਿਆ ਕਿ ਉਹ ਆਪਣੇ ਮ੍ਰਿਤਕ ਸਰੀਰਾਂ ਨੂੰ ਸਾੜਦੇ ਨਹੀਂ, ਦਬਾਉਂਦੇ ਵੀ ਨਹੀਂ। ਹੱਸਣ ਕਹਿੰਦੇ ਨੇ ਖੂਹ ਨੂੰ। ਉਹ ਉਸ ਸਰੀਰ ਨੂੰ ਦਹੀਂ ਮਲ ਮੁਲ ਕੇ ਤੇ ਉਸ ਖੂਹ ਦੀ ਮਣ ਉੱਤੇ ਆਸਰਾ ਦੇ ਕੇ ਬਿਠਾ ਦਿੰਦੇ ਔਰ ਉਸ ਨੂੰ ਪੰਛੀ, ਜਾਨਵਰ, ਕਊਏ, ਗਿੱਜਾਂ ਖਾ ਜਾਂਦੇ। ਉਹਨਾਂ ਦਾ ਇਹ ਤਰੀਕਾ। ਕਈ ਜਿਹੜੇ ਨੇ ਉਹ ਤੀਰਥਾਂ ਦੇ ਕਿਨਾਰੇ ਤੇ ਰਹਿੰਦੇ ਨੇ ਔਰ ਵਗਦੇ ਦਰਿਆ ਵਿੱਚ ਮ੍ਰਿਤਕ ਸਰੀਰ ਨੂੰ ਸੁੱਟ ਦਿੰਦੇ ਨੇ। ਭਗਤ ਜੀ ਨੇ ਸਭ ਦਾ ਜ਼ਿਕਰ ਕੀਤਾ ਹੈ। ਆਪਣੇ ਆਪਣੇ ਤਰੀਕੇ ਤੇ ਵਿਸ਼ਵਾਸ ਮੁਤਾਬਕ ਸਰੀਰ ਨੂੰ ਟਿਕਾਣੇ ਲਾਉਂਦੇ। ਕਾਇਆ ਵਿਗੂਤੀ ਬਹੁ ਬਿਧ ਭਾਂਤੀ। ਇਸ ਕਾਇਆ ਨੂੰ ਸਿਰੇ ਲਾਉਣ ਲਈ, ਸੰਭਾਲਣ ਲਈ ਕਈ ਤਰੀਕੇ ਵਰਤੇ ਜਾਂਦੇ। ਬੁੱਤ ਪੂਜ ਪੂਜ ਹਿੰਦੂ ਮੂਏ, ਤੁਰਕ ਮੂਏ ਸਿਰ ਨਾਈ। ਓਇਲੇ ਜਾਰੇ ਓਇਲੇ ਗਾਡੇ, ਤੇਰੀ ਗਤ ਦੂਹੂ ਨਾ ਪਾਈ। ਮਨ ਰੇ ਸੰਸਾਰ ਅੰਧ ਗਹਿਰਾ, ਚੌਂ ਦਿਸ ਪਸਰਿਓ ਹੈ ਜਮ ਜੇਵਰਾ। ਕਾਇਆ ਬਿਗੂਤੀ ਬਹੁ ਬਿਧ ਭਾਂਤੀ। ਕੋ ਜਾਰੇ ਕੋ ਗੱਡ ਲੈ ਮਾਟੀ। ਫਿਰ ਭਗਤ ਜੀ ਕਹਿੰਦੇ, ਹੇ ਪ੍ਰਭੂ, ਮੇਰੀ ਇੱਕੋ ਅਰਦਾਸ ਹੈ, ਕਹੋ ਕਬੀਰ ਹਰ ਚਰਨ ਦਿਖਾਵੋ। ਕਬੀਰ ਜੀ ਕਹਿੰਦੇ ਨੇ, ਹੇ ਹਰੀ, ਮੈਨੂੰ ਇੱਕ ਵਾਰੀ ਆਪਣੇ ਚਰਨਾਂ ਦੇ ਨਾਲ ਦਰਸ਼ਨ ਕਰਾ ਦਿਓ, ਮੈਨੂੰ ਆਪਣੇ ਸਰੂਪ ਦੇ ਦਰਸ਼ਨ ਕਰਾ ਦਿਓ। ਪਾਛੇ ਤੇ ਜਮ ਕਿਉਂ ਨਾ ਪਠਾਵੋ। ਪਿੱਛੋਂ ਭਾਵੇਂ ਜਾਮੀ ਮੈਨੂੰ ਲੈਣ ਆ ਜਾਣ, ਪਰ ਮੇਰੇ ਜੀਵਨ ਦਾ ਮਕਸਦ ਤੇ ਪੂਰਾ ਹੋ ਜਾ। ਭਾਵ ਮੈਨੂੰ ਮਨੁੱਖਾ ਜਨਮ ਤੁਸੀਂ ਦਿੱਤਾ ਹੈ, ਮੈਨੂੰ ਤੁਸੀਂ ਆਪਣੇ ਦਰਸ਼ਨ ਦੇ। ਕਹੋ ਕਬੀਰ ਹਰ ਚਰਨ ਦਿਖਾਵੋ। ਪਾਛੇ ਤੇ ਜਮ ਕਿਉਂ ਨਾ ਪਠਾਵੋ। ਪਿੱਛੋਂ ਭਾਵੇਂ ਜਾਮੀ ਕਿਉਂ ਨਾ ਭੇਜ। ਦੇਖੋ, ਇਹ ਭਗਤਾਂ ਦੀਆਂ ਪਰਮੇਸ਼ਵਰ ਜੀ ਨਾਲ ਖੁੱਲੀਆਂ ਗੱਲਾਂ ਹਨ। ਅਸੀਂ ਇਹਨਾਂ ਤੋਂ ਪ੍ਰੇਰਨਾ ਲੈ ਸਕਦੇ ਹਾਂ। ਅਸੀਂ ਇਹਨਾਂ ਤੋਂ ਪ੍ਰੇਰਿਤ ਹੋ ਕੇ ਪਰਮਾਤਮਾ ਦੇ ਚਰਨਾਂ ਵਿੱਚ ਅਰਦਾਸ ਕਰ ਸਕਦੇ ਹਾਂ ਔਰ ਅਸੀਂ ਆਪਣੀਆਂ ਗਲਤ ਆਦਤਾਂ ਨੂੰ ਸਵਾਰ ਸਕਦੇ ਹਾਂ। ਕਿਉਂਕਿ ਅਸੀਂ ਜਿਸ ਤਰੀਕੇ ਨਾਲ ਜੀਵਨ ਜੀ ਰਹੇ ਹਾਂ, ਇਹ ਕੋਈ ਵਧੀਆ ਢੰਗ ਨਹੀਂ ਹੈ। ਸਾਡੇ ਇਸ ਢੰਗ ਤੇ ਕਟਾਕਸ਼ ਕਰਦਿਆਂ ਮਹਾਂਪੁਰਖਾਂ ਨੇ ਕਿਹਾ, ਫਰੀਦਾ ਚਾਰ ਗਵਾਇਆ ਹੰਡ ਕੇ, ਚਾਰ ਗਵਾਇਆ ਸਮ। ਲੇਖਾ ਰੱਬ ਮੰਗੇਸੀਆ, ਤੂੰ ਆਹੋਂ ਕਿਹੜੇ ਕੰਮ। ਮਨ ਰੇ ਰਾਮ ਸਿਮਰ ਪਛਤਾਏਂਗਾ, पापी जीरा लोभ करत है, आज काल उठ जाएगा। सिमरन भजन दया ने कीनी, तो मुख चोटा खाएगा। धर्म राय जब लेखा मांगे, क्या मुख लेके जाएगा। कबीर जी सानू प्रेरणा की दे रहे। ਭਾਈ ਇਹ ਸਰੀਰ ਦਾ ਹਾਲ ਤੇ ਇਹ ਹੋਣੀ। ਇਸ ਲਈ ਚੰਗਾ ਹੈ ਕਿ ਜੀਵਨ ਹੁੰਦਿਆਂ ਹੁੰਦਿਆਂ
परमात्मा का सिमरन करिए। जीवन ਹੁੰਦਿਆਂ ਹੁੰਦਿਆਂ परमात्मा नाल अपनी प्रीत पाई। ते बेनती ये करिए, एक दुख राम राय काटो मेरा। होर बड़ियां अरदासां असीं करदे, बड़ा कुछ परमात्मा कोलों मंगदे, पर भगत जी आंदे ने ये अरदास करया करो, साडा मन नीवा रहे, मत उच्ची रहे, असीं चंगा सोचीए, चंगा करिए, तां जो साडा जीवन सफल हो जाए। ये मनुखा जन्म बड़ा कीमती है। कबीर मानुख जन्म दुलंभ है, होत न बारंबार। ज्यों बन फल पाके भुएं गिरे, बहुर न लागे डार। कबीर केसो केसो कूकीए, ना सोइए असार। रात दिवस के कूकने, कभू के सुने पुकार। कबीर सूता क्या करें, बैठा रो और जाग। जाके संग ते भी छुरा, ताही के संग लाग। कबीर जी ने सानू इन्हां शब्दां राहीं प्रेरणा की है और शरीर दे अंत की तस्वीर खिंच के दसी कि इहदा हशर की होवेगा। जे मुख पांचों अमृत खाए, ते मुख देखत लूकट लाए। एक दुख राम राय काटो मेरा, अग्न दह अर गर्भ बसेरा। रहाओ काया बेगूती, बहु बिद भाती। को जारे को गडले माटी। कहो कबीर हर चरण दिखावो, पाछे ते जम क्यों न पठावो। तो इन्हां महापुरखों के वचन, ये पवित्र बाणी विचार के सानू होश आनी चाहिए है और सानू अपना समा परमात्मा की याद विच गुजारना चाहिए, जिहदे करन असीं मनुखा जन्म विच आए हाँ। वाहिगुरू जी का खालसा, वाहिगुरू जी की फतेह।